फ्रेंड्स प्लीज़ सबसक्राइब माई चैनल ईजी लर्निंग। ਹੁਣ ਅਸੀਂ ਅੱਜ ਜਿਹੜਾ ਟੌਪਿਕ ਕਵਰ ਕਰਨ ਜਾ ਰਹੇ ਹਾਂ ਉਹ ਹੈਗਾ ਟਾਈਪਸ ਆਫ ਨੈਟਵਰਕਸ। ਸੋ ਸਭ ਤੋਂ ਪਹਿਲੇ ਜਿਹੜੀ ਸਾਡੇ ਕੋਲ ਟਾਈਪ ਆਉਂਦੀ ਹੈ ਡੈਟ ਇਜ਼ ਲੋਕਲ ਏਰੀਆ ਨੈਟਵਰਕ, ਜਿਹਨੂੰ ਅਸੀਂ ਸ਼ਾਰਟਕਟ ਦੇ ਵਿੱਚ ਲੈਨ ਵੀ ਕਹਿ ਲੈਂਦੇ ਹਾਂ। ਲੈਨ ਦੀ ਜਿਹੜੀ ਤੁਸੀਂ ਕਹਿ ਲਓ ਰੇਂਜ ਹੈ, ਜਿਹੜਾ ਲੈਨ ਦੀ ਸੈਟਅਪ ਹੈ ਵਿਦਿਨ ਅ ਰੂਮ ਹੋ ਸਕਦੀ ਹੈ, ਵਿਦਿਨ ਅ ਬਿਲਡਿੰਗ ਹੋ ਸਕਦੀ ਹੈ, ਵਿਦਿਨ ਅ ਆਫਿਸ ਹੋ ਸਕਦੀ ਹੈ। ਸੋ ਲੈਨ ਜਿਹੜਾ ਹੈਗਾ ਵਾ ਜਦੋਂ ਇਹਨੂੰ ਬਣਾਇਆ ਜਾਂਦਾ ਵਾ, ਸੋ ਇਹਦੀ ਜਿਹੜੀ ਤੁਸੀਂ ਕਹਿ ਲਓ ਅਸੀਂ ਥੋੜ੍ਹਾ ਏਰੀਏ ਦੇ ਵਿੱਚ ਅਸੀਂ ਜਿਹੜਾ ਨੈਟਵਰਕ ਸੈਟਅਪ ਕਰਦੇ ਹਾਂ ਉਹ ਸਾਡਾ ਕਿਹੜਾ ਹੁੰਦਾ ਵਾ ਲੋਕਲ ਏਰੀਆ ਨੈਟਵਰਕ। ਜਿਵੇਂ ਕਿ ਮੈਂ ਇਹਦੇ ਕੁਛ ਪੁਆਇੰਟ ਸ਼ਾਰਟ ਦੇ ਵਿੱਚ ਨੋਟ ਕੀਤੇ ਨੇ, ਤੁਸੀਂ ਦੇਖ ਸਕਦੇ ਹੋ। ਇਟ ਕਵਰਸ ਅਪ ਟੂ 5 ਕਿਲੋਮੀਟਰ, ਜਿਹੜੀ ਇਹਦੀ ਮੈਕਸੀਮਮ ਰੇਂਜ ਹੈ 5 ਕਿਲੋਮੀਟਰ ਜਾਂ 10 ਤੱਕ ਹੋ ਸਕਦੀ, ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਟ ਕਵਰ ਸਮੋਲ ਫਿਜ਼ੀਕਲ ਏਰੀਆ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਅਸੀਂ ਆਪਣੇ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਹਾਂ, ਪਰ ਜਿਹੜੀ ਕਨੈਕਟੀਵਿਟੀ ਹੁੰਦੀ ਹੈ ਉਹ ਲਿਮਟਿਡ ਹੁੰਦੀ ਹੈ। ਅਸੀਂ ਕਹਿ ਸਕਦੇ ਹਾਂ ਹੋਮ, ਆਫਿਸ, ਬਿਲਡਿੰਗ ਜਾਂ ਇੱਕ ਜਾਂ ਦੋ ਬਿਲਡਿੰਗਸ ਨੂੰ ਮਿਲਾ ਕੇ ਜਿਹੜਾ ਨੈਟਵਰਕ ਸੈਟਅਪ ਕੀਤਾ ਜਾਂਦਾ ਵਾ, ਉਹ ਜਿਹੜਾ ਨੈਟਵਰਕ ਹੁੰਦਾ ਉਹ ਸਾਡਾ ਹੁੰਦਾ ਵਾ ਲੋਕਲ ਏਰੀਆ ਨੈਟਵਰਕ। ਸੋ ਛੋਟਾ ਨੈਟਵਰਕ ਹੋਣ ਦੇ ਕਰਕੇ ਵਿਦਿਨ ਅ ਬਿਲਡਿੰਗ ਜਾਂ ਵਿਦਿਨ 2-3 ਬਿਲਡਿੰਗਸ ਦੇ ਵਿੱਚ ਜਿਹੜਾ ਨੈਟਵਰਕ ਹੁੰਦਾ ਉਹਨੂੰ ਅਸੀਂ ਲੋਕਲ ਏਰੀਆ ਨੈਟਵਰਕ ਕਹਿ ਦਿੰਦੇ ਹਾਂ। ਛੋਟਾ ਨੈਟਵਰਕ ਹੋਣ ਕਰਕੇ ਇਹਦੇ ਵਿੱਚ ਟਰਾਂਸਮਿਸ਼ਨ ਸਪੀਡ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ ਕੰਪੈਰੇਟਿਵ ਟੂ ਅਦਰ ਟਾਈਪਸ ਆਫ ਨੈਟਵਰਕ। ਇਟ ਕੈਨ ਟਰਾਂਸਫਰ ਅਪ ਟੂ 30 ਮੈਗਾਬਾਈਟਸ ਪਰ ਸੈਕਿੰਡ। ਇਹਦੇ ਵਿੱਚ ਜਿਹੜੀ ਟਰਾਂਸਫਰ ਸਪੀਡ ਹੈਗੀ ਹੈ ਅਪਰੋਕਸੀਮੇਟਲੀ, ਆਈ ਐਮ ਨੋਟ ਸ਼ੋਰ, ਮੈਂ ਨਹੀਂ ਪੱਕਾ ਕਹਿੰਦੀ ਕਿ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਸੋ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹਦੀ ਸਪੀਡ ਕਿੰਨੀ ਹੁੰਦੀ ਹੈ 30 ਮੈਗਾਬਾਈਟਸ ਪਰ ਸੈਕਿੰਡ। ਸੋ ਇਸ ਨੈਟਵਰਕ ਨੂੰ ਬਣਾਉਣ ਦੇ ਵਿੱਚ ਅਸੀਂ ਕਿਹੜੀਆਂ ਟਪੋਲੋਜੀਜ਼ ਯੂਜ਼ ਕਰਦੇ ਹਾਂ? ਬਸ, ਰਿੰਗ, ਸਟਾਰ ਟਪੋਲੋਜੀਜ਼ ਆਰ ਯੂਜ਼ਡ। ਇਸ ਤੋਂ ਇਲਾਵਾ ਸਾਡੇ ਲੈਨ ਦੇ ਵਿੱਚ ਇੰਟਰਨੈਟਵਰਕਿੰਗ ਲਈ, ਮਤਲਬ ਨੈਟਵਰਕ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਲਈ, ਇੱਕ ਨੈਟਵਰਕ ਫਾਰਮ ਕਰਨ ਲਈ ਅਸੀਂ ਕੀ ਕੁਛ ਯੂਜ਼ ਕਰਦੇ ਹਾਂ? ਹਬਸ ਯੂਜ਼ ਕਰਦੇ ਹਾਂ, ਸਵਿਚਿਸ ਯੂਜ਼ ਕਰਦੇ ਹਾਂ, ਬ੍ਰਿਜਿਸ ਯੂਜ਼ ਕਰਦੇ ਹਾਂ ਅਤੇ ਰਿਪੀਟਰਸ ਯੂਜ਼ ਕਰਦੇ ਹਾਂ। ਸੋ ਜਿਹੜੀ ਫਿਜ਼ੀਕਲ ਵਾਇਰਸ ਜਿਹੜੀਆਂ ਯੂਜ਼ ਹੁੰਦੀਆਂ ਨੇ ਇਹਨਾਂ ਦੇ ਵਿੱਚ ਕਮਿਊਨੀਕੇਸ਼ਨ ਪਰਪਸ ਦੇ ਲਈ, ਉਹ ਕਿਹੜੀਆਂ ਵਾਇਰਸ ਨੇ? ਟਵਿਸਟਡ ਕੇਬਲਸ। ਸੋ ਇਨ ਸ਼ਾਰਟ ਮੈਂ ਕਹਿ ਸਕਦੀ ਹਾਂ ਜਿਹੜਾ ਨੈਟਵਰਕ ਵਿਦਿਨ ਅ ਰੂਮ ਹੋਵੇ, ਵਿਦਿਨ ਅ ਬਿਲਡਿੰਗ ਹੋਵੇ, ਉਹਨੂੰ ਅਸੀਂ ਕਿਹੜਾ ਨੈਟਵਰਕ ਕਹਿੰਦੇ ਹਾਂ? ਲੋਕਲ ਏਰੀਆ ਨੈਟਵਰਕ। ਸੋ ਲੋਕਲ ਏਰੀਆ ਨੈਟਵਰਕ ਦੀਆਂ ਕੁਛ ਐਡਵਾਂਟੇਜਿਸ ਨੇ ਅਤੇ ਕੁਛ ਡਿਸਐਡਵਾਂਟੇਜਿਸ ਨੇ ਜੋ ਅਸੀਂ 1 ਬਾਏ 1 ਕਰਕੇ ਡਿਸਕਸ ਕਰਾਂਗੇ ਇਨ ਸ਼ਾਰਟ। ਸਭ ਤੋਂ ਪਹਿਲੇ ਐਡਵਾਂਟੇਜਿਸ ਦੇ ਵਿੱਚ ਪਹਿਲਾ ਪੁਆਇੰਟ ਆਉਂਦਾ ਰਿਸੋਰਸ ਸ਼ੇਅਰਿੰਗ। ਰਿਸੋਰਸ ਸ਼ੇਅਰਿੰਗ ਦਾ ਮਤਲਬ ਕੀ ਹੈ? ਅਸੀਂ ਨੈਟਵਰਕ ਬਣਾ ਹੀ ਤਦ ਰਹੇ ਹਾਂ ਕਿ ਅਸੀਂ ਵਿਦਿਨ ਅ ਨੈਟਵਰਕ ਦੇ ਵਿੱਚ ਕੀ ਕਰ ਸਕੀਏ, ਆਪਣੇ ਰਿਸੋਰਸਿਸ ਨੂੰ ਕੀ ਕਰ ਸਕੀਏ, ਸ਼ੇਅਰ ਕਰ ਸਕੀਏ। ਮੈਂ ਅੱਗੇ ਵੀ ਇੱਕ ਐਗਜ਼ਾਮਪਲ ਦਿੱਤੀ ਸੀ, ਜਿਵੇਂ ਇੱਕ ਪ੍ਰਿੰਟਰ ਹੈ, ਮਲਟੀਪਲ ਯੂਜ਼ਰ ਉਸ ਪ੍ਰਿੰਟਰ ਨੂੰ ਨੈਟਵਰਕ ਦੇ ਵਿੱਚ ਕੀ ਕਰ ਸਕਦੇ ਆ? ਯੂਜ਼ ਕਰ ਸਕਦੇ ਆ। ਸੋ ਸਭ ਤੋਂ ਪਹਿਲਾ ਪੁਆਇੰਟ ਸਾਡਾ ਕਲੀਅਰ ਹੈ ਰਿਸੋਰਸ ਸ਼ੇਅਰਿੰਗ, ਕਿ ਅਸੀਂ ਨੈਟਵਰਕ ਦੇ ਵਿੱਚ ਇੱਕ ਇਕੱਲਾ ਕੋਈ ਹਾਰਡਵੇਅਰ ਜਾਂ ਸੋਫਟਵੇਅਰ ਅਸੀਂ ਕੀ ਕਰ ਸਕਦੇ ਹਾਂ? ਸੈਂਟਰਲੀ ਸਟੋਰ ਕਰਕੇ ਉਹਨੂੰ ਮਲਟੀਪਲ ਯੂਜ਼ਰਸ ਕੀ ਕਰ ਸਕਦੇ ਆ? ਅਸੈਸ ਕਰ ਸਕਦੇ ਆ। ਸੈਕਿੰਡ ਜਿਹੜਾ ਪੁਆਇੰਟ ਹੈ ਦੈਟ ਇਜ਼ ਸੈਂਟਰਲਾਈਜ਼ਡ ਡੇਟਾ। ਜਿਹੜਾ ਸਾਡਾ ਲੋਕਲ ਏਰੀਆ ਨੈਟਵਰਕ ਹੈ ਉਹਦੇ ਵਿੱਚ ਅਸੀਂ ਡੇਟਾ ਨੂੰ ਕੀ ਕਰਦੇ ਹਾਂ? ਸੈਂਟਰਲੀ ਸਟੋਰ ਕਰਦੇ ਹਾਂ, ਇੱਕ ਮੇਨ ਪੁਆਇੰਟ 'ਤੇ ਸਟੋਰ ਕਰਦੇ ਹਾਂ। ਬਾਕੀ ਸਾਰੇ ਯੂਜ਼ਰਸ ਉਹਨਾਂ ਡੇਟਾ ਹੈ ਉਸ ਡੇਟਾ ਨੂੰ ਕੀ ਕਰ ਸਕਦੇ ਨੇ? ਅਸੈਸ ਕਰ ਸਕਦੇ ਨੇ। ਸੋ ਅਸੀਂ ਕਹਿ ਸਕਦੇ ਹਾਂ ਡਾਟਾ ਇਜ਼ ਸੈਂਟਰਲੀ ਸਟੋਰ ਇਨ ਲੋਕਲ ਏਰੀਆ ਨੈਟਵਰਕ। ਜਿਹੜਾ ਸਾਡਾ ਡੇਟਾ ਵਾ ਉਹ ਕਿੱਥੇ ਸਟੋਰ ਹੁੰਦਾ ਵਾ? ਸੈਂਟਰ ਦੇ ਉੱਤੇ, ਅਤੇ ਸਾਰੇ ਯੂਜ਼ਰ ਆਪਣਾ ਡੇਟਾ ਉੱਥੇ ਕੀ ਕਰ ਸਕਦੇ ਨੇ? ਅਸੈਸ ਕਰ ਸਕਦੇ ਨੇ। ਤੀਸਰਾ ਪੁਆਇੰਟ ਡੇਟਾ ਸਿਕਿਉਰਿਟੀ। ਸੋ ਸਮੋਲ ਨੈਟਵਰਕ ਹੋਣ ਕਰਕੇ ਇੱਥੇ ਮੋਰ ਕੀ ਹੈਗੀ ਹੈ? ਨੈਕਸਟ ਪੁਆਇੰਟ ਇਜ਼ ਡੇਟਾ ਸਿਕਿਉਰਿਟੀ। ਡੇਟਾ ਸਿਕਿਉਰਿਟੀ ਮੀਨਸ ਕਿ ਇਹਦੀ ਜਿਹੜੀ ਰੇਂਜ ਹੈ ਲੋਕਲ ਏਰੀਆ ਨੈਟਵਰਕ ਦੀ ਲਿਮਟਿਡ ਹੈ। ਲਿਮਟਿਡ ਰੇਂਜ ਹੋਣ ਕਰਕੇ ਇੱਥੇ ਡੇਟਾ ਦੀ ਕੀ ਹੁੰਦੀ ਹੈ? ਜ਼ਿਆਦਾ ਸਿਕਿਉਰਿਟੀ ਹੁੰਦੀ ਹੈ। ਸੋ ਡੇਟਾ ਇਜ਼ ਮੋਰ ਸਿਕਿਉਰ ਇਨ ਲੈਨ। ਨੈਕਸਟ ਆ ਗਿਆ ਚੀਪ ਕਮਿਊਨੀਕੇਸ਼ਨ, ਲੈਸ ਕੋਸਟਲੀ ਡਿਊ ਟੂ ਦ ਲਿਮਟਿਡ ਰੇਂਜ। ਏਰੀਆ ਜਿਹੜਾ ਵਾ ਕਮਿਊਨੀਕੇਸ਼ਨ ਏਰੀਆ ਜਿਹੜਾ ਵਾ ਥੋੜ੍ਹਾ ਵਾ, ਤਾਂ ਇਸ ਕਰਕੇ ਇਹਦੇ ਵਿੱਚ ਜਿਹੜੀ ਕੋਸਟ ਪੈਂਦੀ ਹੈ ਡੇਟਾ ਟਰਾਂਸਫਰ ਕਰਨ ਦੀ, ਦੋ ਸਿਸਟਮ ਦੇ ਵਿੱਚ ਕਮਿਊਨੀਕੇਸ਼ਨ ਕੋਸਟ ਜਿਹੜੀ ਹੁੰਦੀ ਹੈ ਬੜੀ ਲੈਸ ਹੁੰਦੀ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਲੈਨ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈ ਬੜੀ ਲੈਸ ਕੋਸਟਲੀ ਹੈ। ਉਸ ਤੋਂ ਬਾਅਦ ਆ ਜਾਂਦੀਆਂ ਸਾਡੇ ਕੋਲ ਡਿਸਐਡਵਾਂਟੇਜਿਸ। ਡਿਸਐਡਵਾਂਟੇਜ ਜਿਹੜੀ ਪਹਿਲੀ ਹੈਗੀ ਹੈ ਕਿ ਇਹਦੇ ਵਿੱਚ ਜਿਹੜਾ ਏਰੀਆ ਕਵਰ ਕੀਤਾ ਹੁੰਦਾ ਵਾ, ਕਵਰ ਲਿਮਟਿਡ
ਕਮਿਊਨੀਕੇਸ਼ਨ ਏਰੀਆ ਜਿਹੜਾ ਕਮਿਊਨੀਕੇਸ਼ਨ ਵਾਸਤੇ ਏਰੀਆ ਕਵਰ ਹੋ ਰਿਹਾ ਉਹ ਬਹੁਤ ਲਿਮਟਿਡ ਹੈ। ਇਹਦੀ ਫਸਟ ਡਿਸਐਡਵਾਂਟੇਜ ਹੋ ਗਈ। ਸੈਕਿੰਡ ਹੋ ਗਈ ਫਸਟ ਟਾਈਮ ਹਾਈ ਸੈਟਅਪ ਕੋਸਟ। ਜਦੋਂ ਫਸਟ ਟਾਈਮ ਅਸੀਂ ਲੈਨ ਨੂੰ ਕ੍ਰੀਏਟ ਕਰਨਾ ਬਣਾਉਣਾ ਵਾ ਉਹਦੇ ਵਿੱਚ ਜਿਹੜੀ ਸੈਟਅਪ ਕੋਸਟ ਹੈ, ਹਾਰਡਵੇਅਰ ਖਰੀਦਣੇ ਪੈਣੇ ਆ, ਵਾਇਰਸ ਖਰੀਦਣੀਆਂ ਪੈਣੀਆਂ, ਰਾਊਟਰਸ ਖਰੀਦਣੇ ਪੈਣੇ, ਸਵਿਚਸ ਖਰੀਦਣੇ ਪੈਣੇ ਆ, ਉਹ ਜਿਹੜੀ ਕੋਸਟ ਹੁੰਦੀ ਉਹ ਕੀ ਹੁੰਦੀ ਹੈ, ਹਾਈ ਹੁੰਦੀ ਹੈ। ਸੋ ਇਨੀਸ਼ੀਅਲੀ ਦ ਕੋਸਟ ਇਜ਼ ਵੈਰੀ ਹਾਈ। So these are advantages and disadvantages of your local area network. So second ਜਿਹੜੀ ਸਾਡੇ ਕੋਲ type ਆ ਜਾਂਦੀ ਹੈ that is MAN, Metropolitan Area Network. So ਇਹਦੀ ਜਿਹੜੀ ਰੇਂਜ ਹੈ ਉਹ ਹੋ ਸਕਦੀ ਹੈ 5 to 50 ਕਿਲੋਮੀਟਰਸ। ਸੋ ਜਿਹੜਾ ਨੈਟਵਰਕ ਵਿਦਿਨ ਅ ਸਿਟੀ ਹੁੰਦਾ ਉਹਨੂੰ ਅਸੀਂ ਕਿਹੜਾ ਨੈਟਵਰਕ ਕਹਿੰਦੇ ਆ, ਮੈਨ। ਸੋ ਇਹਦੀ ਜਿਹੜੀ ਰੇਂਜ ਹੈ ਰੂਮ ਤੱਕ ਲਿਮਿਟ ਨਹੀਂ ਹੁੰਦੀ, ਵਿਦਿਨ ਅ ਸਕੂਲ ਬਿਲਡਿੰਗਸ ਤੱਕ ਲਿਮਿਟਡ ਨਹੀਂ ਹੁੰਦੀ। ਇਹਦਾ ਜਿਹੜੀ ਰੇਂਜ ਹੈ ਉਹ ਕਿੱਥੋਂ ਤੱਕ ਹੋ ਜਾਂਦੀ ਹੈ, ਵਿਦਿਨ ਅ ਸਿਟੀ। ਜਾਂ ਅਸੀਂ ਕਹਿੰਦੇ ਹਾਂ ਅਸੀਂ ਛੋਟੀਆਂ ਛੋਟੀਆਂ ਲਾਈਨਸ ਨੂੰ ਜਦੋਂ ਆਪਸ ਦੇ ਵਿੱਚ ਕਨੈਕਟ ਕਰਦੇ ਜਾਂਦੇ ਹਾਂ ਉਹ ਇੱਕ ਸਾਡਾ ਨਵਾਂ ਨੈਟਵਰਕ ਫਾਰਮ ਹੋ ਜਾਂਦਾ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਮੈਨ। ਸੋ ਇਹਦੇ ਵਿੱਚ ਬਰੀਫ ਦੇ ਵਿੱਚ ਕੁਝ ਪੁਆਇੰਟ ਡਿਸਕਸ ਕੀਤੇ ਹੋਏ ਨੇ ਉਹ ਐਜ਼ ਫੋਲੋ ਨੇ। ਸੋ ਇਹਦੀ ਰੇਂਜ ਅਸੀਂ ਕਹਿ ਸਕਦੇ ਹਾਂ 5 to 50 ਕਿਲੋਮੀਟਰ ਤੱਕ ਹੈਗੀ ਅਪਰੋਕਸੀਮੇਟਲੀ। ਸੋ ਇਹਨੂੰ ਅਸੀਂ ਕਹਿ ਸਕਦੇ ਹਾਂ ਕਨੈਕਸ਼ਨ ਆਫ ਡਿਫਰੈਂਟ ਲੈਂਡਸ ਵੀ ਕਹਿ ਸਕਦੇ ਹਾਂ, ਸਪਰੈਡ ਵਿਦਿਨ ਅ ਸਿਟੀ। ਸੋ ਜਿਹੜੀ ਵਿਦਿਨ ਅ ਸਿਟੀ ਹੋਵੇ ਉਹ ਕਿਹੜੀ ਹੁੰਦੀ ਸਾਡੀ, ਮੈਨ। ਸੋ ਇਹਦੇ ਵਿੱਚ ਕਮਿਊਨੀਕੇਸ਼ਨ ਸੈਟਅਪ ਕਰਨ ਲਈ ਅਸੀਂ ਕੀ ਲਗਾਏ ਹੋਏ ਨੇ, ਲੈਂਡਸ ਆਰ ਕਨੈਕਟਿਵ ਵਿਦ ਈਚ ਅਦਰ ਥਰੂ ਟੈਲੀਫੋਨ ਲਾਈਨਸ। ਸੋ ਕਮਿਊਨੀਕੇਸ਼ਨ ਇਹਨਾਂ ਦੇ ਵਿੱਚ ਕਿਹਦੇ ਥਰੂ ਹੁੰਦੀ ਹੈ, ਟੈਲੀਫੋਨ ਲਾਈਨਸ ਦੇ ਥਰੂ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ, ਕਮਿਊਨੀਕੇਸ਼ਨ ਸਟਾਰਟ ਕਰਦੇ ਹਾਂ। ਇਹਨਾਂ ਦੇ ਵਿੱਚ ਅਸੀਂ ਕੀ ਲਗਾਉਂਦੇ ਹਾਂ, ਰਾਊਟਰਸ ਗੇਟਵੇਜ਼ ਆਰ ਯੂਜ਼। ਮੈਨ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹਾਂ, ਰਾਊਟਰਸ ਅਤੇ ਗੇਟਵੇਜ਼। ਇਹਦੇ ਵਿੱਚ ਅਸੀਂ ਡਾਟਾ ਕਿੰਨੀ ਸਪੀਡ 'ਤੇ ਟਰਾਂਸਫਰ ਕਰ ਸਕਦੇ ਹਾਂ, 10 Mbps, 10 ਮੈਗਾਬਾਈਟਸ ਪਰ ਸੈਕਿੰਡ। ਸੋ ਇਹਦੀ ਜਿਹੜੀ ਰੇਂਜ ਹੈ ਵੱਧ ਗਈ ਹੈ, ਇਹਦਾ ਜਿਹੜਾ ਜੋਗਰਾਫੀਕਲ ਏਰੀਆ ਉਹ ਵੱਧ ਗਿਆ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਲੈਨ ਥੋੜ੍ਹੇ ਬਹੁਤ ਜਿਹੜੀ ਸਾਡੀ ਮੈਨ ਹੈ ਉਹ ਥੋੜ੍ਹਾ ਕੀ ਹੋ ਜਾਂਦਾ ਵੈ, ਕੰਪਲੈਕਸ ਹੋ ਜਾਂਦਾ ਵੈ ਦੈਨ ਲੈਂਡਸ। ਸੋ ਇਹਦੇ ਵਿੱਚ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਫਾਈਬਰ ਆਪਟਿਕਸ ਵਾਇਰਸ ਅਸੀਂ ਜਿਹੜੀਆਂ ਨੇ ਯੂਜ਼ ਕਰਦੇ ਹਾਂ ਫॉर ਡੇਟਾ ਟਰਾਂਸਫਰ ਪਰਪਸ। ਸੋ ਮੈਨ ਇਨ ਸ਼ਾਰਟ ਅਸੀਂ ਕਹਿ ਸਕਦੇ। ਸੋ ਨੈਕਸਟ ਜਿਹੜੀਆਂ ਆ ਜਾਂਦੀਆਂ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਆਫ ਆਵਰ ਮੈਨ। ਸੋ ਪਹਿਲੀ ਐਡਵਾਂਟੇਜ ਹੈਗੀ ਹੈ ਲੈਸ ਐਕਸਪੈਂਸਿਵ ਦੈਨ ਵੈਨ। ਸੋ ਵੈਨ ਸਾਡਾ ਹੋ ਜਾਂਦਾ ਵਾ ਵਾਈਡ ਏਰੀਆ ਨੈਟਵਰਕ, ਜਿਹਨੂੰ ਅਸੀਂ ਨੈਕਸਟ ਸਾਡਾ ਪੁਆਇੰਟ ਹੈਗਾ ਵਾਈਡ ਏਰੀਆ ਨੈਟਵਰਕ। ਸੋ ਅਸੀਂ ਕਹਿ ਸਕਦੇ ਹਾਂ ਮੈਨ ਦੀ ਕੋਸਟ ਕੰਪੈਰੇਟਿਵ ਟੂ ਵੈਨ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਸੋ ਇਹਦੇ ਵਿੱਚ ਕੀ ਹੈ, ਹਾਈ ਸਿਕਿਉਰਿਟੀ। ਹਾਈ ਸਿਕਿਉਰਿਟੀ ਮੀਨਸ ਕਿ ਜ਼ਿਆਦਾ ਨੈਟਵਰਕਸ ਬਣ ਗਏ ਨੇ। ਸੋ ਜ਼ਿਆਦਾ ਨੈਟਵਰਕ ਬਣਨ ਦੇ ਕਰਕੇ ਅਸੀਂ ਇਹਦੀ ਸਿਕਿਉਰਿਟੀ ਨੂੰ ਵੀ ਕੀ ਕਰ ਦਿੰਦੇ ਹਾਂ, ਇਨਕਰੀਜ਼ ਕਰ ਸਕਦੇ ਹਾਂ। ਸਿਕਿਉਰਿਟੀ ਮੀਨਸ ਕੋਈ ਅਨਆਥੋਰਾਈਜ਼ਡ ਪਰਸਨ ਇਸ ਡੇਟਾ ਨੂੰ ਅਸੈਸ ਨਾ ਕਰ ਸਕੇ ਵਿਦਆਊਟ ਅਥੋਰਿਟੀ। ਸੋ ਜਿਹੜੀ ਨੈਕਸਟ ਪੁਆਇੰਟ ਆਉਂਦਾ ਸਪੀਡ ਇਜ਼ ਮੋਰ ਦੈਨ ਵੈਨ। ਜਿਹੜੀ ਮੈਨ ਦੀ ਸਪੀਡ ਹੁੰਦੀ ਹੈ ਵੈਨ ਨਾਲੋਂ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਨੈਕਸਟ ਪੁਆਇੰਟ ਕਵਰਸ ਲਾਰਜ ਏਰੀਆ ਦੈਨ ਲੈਨ। ਸੋ ਅਸੀਂ ਦੇਖਿਆ ਸੀ ਲੈਨ ਜਿਹੜਾ ਹੈਗਾ ਵਿਦਿਨ ਅ ਬਿਲਡਿੰਗ ਹੁੰਦਾ, ਪਰ ਜਿਹੜਾ ਸਾਡਾ ਮੈਨ ਹੈ ਉਹ ਕਿਹੜਾ ਏਰੀਆ ਕਵਰ ਕਰ ਰਿਹਾ ਵਾ, ਪੂਰੀ ਸਿਟੀ ਨੂੰ ਕਵਰ ਕਰ ਰਿਹਾ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇਹਦੇ ਵਿੱਚ ਕਵਰੇਜ ਏਰੀਆ ਜ਼ਿਆਦਾ ਹੈਗਾ ਵਾ ਦੈਨ ਲੈਨ। ਅਸੀਂ ਬੈਸਟ ਐਗਜ਼ਾਮਪਲ ਮੈਨ ਦੀ ਲੈ ਸਕਦੇ ਹਾਂ ਸਿਟੀ ਕੇਬਲ। ਸਿਟੀ ਕੇਬਲ, ਸੋ ਸਿਟੀ ਕੇਬਲ ਇਜ਼ ਦਾ ਬੈਸਟ ਐਗਜ਼ਾਮਪਲ ਫॉर ਯੂਅਰ ਮੈਨ। ਹੁਣ ਅਸੀਂ ਇਸ ਤੋਂ ਬਾਅਦ ਡਿਸਐਡਵਾਂਟੇਜਿਸ 'ਤੇ ਆਉਂਦੇ ਹਾਂ ਇਹਦੀਆਂ ਮੈਨ ਦੀਆਂ ਡਿਸਐਡਵਾਂਟੇਜਿਸ। ਪਹਿਲੇ ਹੀ ਕੀ ਆ, ਮੇਨਟੇਨੈਂਸ ਇਜ਼ ਡਿਫੀਕਲਟ। ਐਜ਼ ਵੀ ਨੋ ਅਸੀਂ ਆਪਣਾ ਕਵਰੇਜ ਏਰੀਆ ਜਿਹੜਾ ਕੀ ਹੋ ਗਿਆ, ਇਨਕਰੀਜ਼ ਕਰ ਦਿੱਤਾ। ਸੋ ਇਨਕਰੀਜ਼ ਕਵਰੇਜ ਏਰੀਆ ਇਨਕਰੀਜ਼ ਹੋਣ ਦੇ ਕਰਕੇ ਉਹਦੀ ਮੇਨਟੇਨੈਂਸ ਜਿਹੜੀ ਹੋ ਜਾਂਦੀ ਹੈ ਡਿਫੀਕਲਟ ਹੋ ਜਾਂਦੀ ਹੈ। ਅਸੀਂ ਨਹੀਂ ਲੱਭ ਸਕਦੇ ਵਿਦਿਨ ਅ ਨੈਟਵਰਕ ਕਿੱਥੇ ਫਾਲਟ ਆਇਆ। ਸੋ ਇਸ ਕਰਕੇ ਫਾਲਟ ਲੱਭਣਾ ਵੀ ਮੁਸ਼ਕਿਲ ਹੋ ਜਾਂਦਾ ਵਾ। ਇਹ ਲਾਰਜ ਏਰੀਆ ਕਵਰ ਕਰਨ ਕਰਕੇ ਇਹਦੀ ਮੇਨਟੇਨੈਂਸ ਜਿਹੜੀ ਕੋਸਟ ਹੈ, ਇਹਦਾ ਰੱਖ ਰਖਾਵ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਵੀ ਕੀ ਹੋ ਜਾਂਦਾ ਵਾ, ਜ਼ਿਆਦਾ ਹੋ ਜਾਂਦਾ ਵਾ। ਇੱਥੇ ਹੁਣ ਆਪਾਂ ਡਿਸਕਸ ਕੀਤਾ ਸਿਕਿਉਰਿਟੀ ਜ਼ਿਆਦਾ ਹੁੰਦੀ ਹੈ, ਪਰ ਜ਼ਿਆਦਾ ਏਰੀਆ ਕਵਰ ਹੋਣ ਕਰਕੇ ਕਿੱਥੇ ਸਿਕਿਉਰਿਟੀ ਬ੍ਰੀਚਿਸ ਵੀ ਆ ਜਾਂਦੇ ਨੇ। ਕਈ ਏਰੀਆ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਕਮਜ਼ੋਰ ਵੀ ਪੈ ਜਾਂਦੀ ਹੈ। ਸੋ ਅਸੀਂ ਕਹਿ ਸਕਦੇ ਹਾਂ ਇਟ ਇਜ਼ ਲੈਸ ਸਿਕਿਉਰ ਦੈਨ ਲੈਨ। ਸੋ
ਨੈਕਸਟ ਪੁਆਇੰਟ ਇਜ਼ ਰਿਕੁਆਇਰ ਲਾਰਜ ਰਿਸੋਰਸਿਸ ਦੈਨ ਲੈਂਡ। ਸੋ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਲੈਂਡ ਜਿਹੜਾ ਹੈਗਾ ਵਾ ਵਿਦਿਨ ਅ ਰੂਮ ਹੀ ਹੁੰਦਾ, ਵਿਦਿਨ ਅ ਬਿਲਡਿੰਗ ਹੁੰਦਾ, ਬਟ ਜਿਹੜਾ ਸਾਡਾ ਹੈਗਾ ਮੈਨ ਜਿਹੜਾ ਉਹਦੀ ਜਿਹੜੀ ਸੈਟਅਪ ਹੈ, ਉਹਦਾ ਏਰੀਆ ਜਿਹੜਾ ਸੈਟਅਪ ਏਰੀਆ ਵਾ ਉਹ ਇਨਕਰੀਜ਼ ਹੋ ਗਿਆ। ਇਸ ਕਰਕੇ ਇਹਦਾ ਜਿਹੜਾ ਸੈਟਅਪ ਏਰੀਆ ਇਨਕਰੀਜ਼ ਹੋਣ ਕਰਕੇ ਸਾਨੂੰ ਇਹਨੂੰ ਸੈੱਟ ਕਰਨ ਲਈ ਲਾਰਜ ਰਿਸੋਰਸਿਸ ਚਾਹੀਦੇ ਨੇ, ਜ਼ਿਆਦਾ ਹਾਰਡਵੇਅਰ, ਜ਼ਿਆਦਾ ਸੋਫਟਵੇਅਰ, ਜ਼ਿਆਦਾ ਸਰਵਰਸ ਵਗੈਰਾ ਚਾਹੀਦੇ ਆ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇਟ ਰਿਕੁਆਇਰਸ ਲਾਰਜ ਸੋਰਸਿਸ ਦੈਨ ਲੈਂਡ। ਥਰਡ ਜਿਹੜੀ ਸਾਡੇ ਕੋਲ ਟਾਈਪ ਆ ਜਾਂਦੀ ਹੈ ਡੈਟ ਇਜ਼ ਵਾਈਡ ਏਰੀਆ ਨੈਟਵਰਕ, ਜਿਹਨੂੰ ਅਸੀਂ ਵੈਨ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਵੈਨ ਵੀ ਕਹਿੰਦੇ ਹਾਂ। ਡੈਟ ਇਜ਼ ਯੂਅਰ ਵਾਈਡ ਏਰੀਆ ਨੈਟਵਰਕ। ਸੋ ਵਾਈਡ ਏਰੀਆ ਨੈਟਵਰਕ ਦੇ ਵਿੱਚ ਜੋਗਰਾਫਿਕਲ ਏਰੀਆ ਜਿਹੜਾ ਹੋ ਜਾਂਦਾ ਵੈ ਉਹ ਲਾਰਜ ਹੋ ਜਾਂਦਾ। ਇਹ ਸਿਰਫ ਵਿਦਿਨ ਅ ਰੂਮ, ਵਿਦਿਨ ਅ ਸਿਟੀ ਨਾ ਰਹਿ ਕੇ ਵਿਦਿਨ ਅ ਕੰਟਰੀ ਔਰ ਆਊਟ ਆਫ ਕੰਟਰੀਜ਼ ਵੀ ਹੋ ਜਾਂਦਾ ਵੈ। ਜਾਂ ਅਸੀਂ ਕਹਿ ਸਕਦੇ ਹਾਂ ਇਟ ਇਜ਼ ਅ ਕੰਬੀਨੇਸ਼ਨ ਆਫ ਸਮੋਲ ਮੈਨਸ ਔਰ ਲੈਂਡਸ। ਮੈਨ ਸਾਡੀ ਬਣੀ ਹੈ ਲੈਂਡਸ ਤੋਂ, ਅਤੇ ਜਿਹੜੀ ਸਾਡੀ ਵੈਨ ਆ ਉਹ ਕੀ ਹੋ ਗਿਆ, ਅਸੀਂ ਕਹਿ ਸਕਦੇ ਹਾਂ ਵੈਨਸ ਦੇ ਵਿੱਚ ਬਹੁਤ ਸਾਰੀਆਂ ਲੈਂਡਸ ਪਲੱਸ ਮੈਨਸ, ਜਦੋਂ ਬਹੁਤ ਸਾਰੀਆਂ ਲੈਂਡਸ ਪਲੱਸ ਮੈਨ ਟਾਈਪ ਨੂੰ ਕੰਬਾਈਂਡ ਕਰ ਦਿੰਦੇ ਹਾਂ, ਸਾਡਾ ਇੱਕ ਕੀ ਬਣ ਜਾਂਦਾ ਵੈ ਵਾਈਡ ਏਰੀਆ ਨੈਟਵਰਕ। ਇਨ ਸ਼ੋਰਟ ਮੈਂ ਕਹਾਂ ਇਟ ਇਜ਼ ਅ ਕੰਬੀਨੇਸ਼ਨ ਆਫ ਡਿਫਰੈਂਟ ਮੈਨਸ। ਸੇ ਮੈਨਸ ਦੇ ਵਿੱਚ ਇੰਟਰਨਲੀ ਕੀ ਆ ਜਾਂਦਾ ਵਾ ਲੈਂਡਸ। ਸੋ ਵਾਈਡ ਏਰੀਆ ਨੈਟਵਰਕ ਕਵਰਸ ਲਾਰਜ ਜੋਗਰਾਫਿਕਲ ਏਰੀਆ। ਸੋ ਇਹਦੇ ਵਿੱਚ ਅਸੀਂ ਬਹੁਤ ਸਾਰਾ ਜੋਗਰਾਫਿਕਲ ਏਰੀਆ ਕਵਰ ਕਰਦੇ ਹਾਂ, ਕੌਂਟੀਨੈਂਟ ਤੱਕ ਵੀ ਆ ਜਾਂਦੇ ਆ। ਸੋ ਅਗਰ ਮੈਂ ਇਹਦੇ ਪੁਆਇੰਟਸ ਕੁਛ ਡਿਸਕਸ ਕਰਨ ਜਾ ਰਹੀ ਹਾਂ ਇਨ ਸ਼ੋਰਟ ਦੇ ਵਿੱਚ, ਵਾਈਡ ਕੀ ਹੋ ਜਾਂਦਾ ਵਾ ਕਵਰਸ ਲਾਰਜ ਜੋਗਰਾਫਿਕਲ ਏਰੀਆ ਲਾਈਕ ਕੰਟਰੀ ਐਂਡ ਕੌਂਟੀਨੈਂਟ, ਕੰਬੀਨੇਸ਼ਨ ਆਫ ਮੈਨਸ। ਇਹਦੇ ਵਿੱਚ ਜਿਹੜੀ ਟਰਾਂਸਫਰ ਸਪੀਡ ਹੋ ਸਕਦੀ ਹੈ ਉਹ ਕਿੰਨੀ ਹੋ ਸਕਦੀ ਹੈ 1 Mbps ਅਪਰੋਕਸੀਮੇਟਲੀ। ਸੋ ਅਸੀਂ ਇੰਟਰਨੈਟ ਵਰਕਿੰਗ ਦੇ ਵਾਸਤੇ ਨੈਟਵਰਕ ਨੂੰ ਸੈਟਅਪ ਕਰਨ ਲਈ ਅਸੀਂ ਕੀ ਕੁਛ ਯੂਜ਼ ਕਰਦੇ ਹਾਂ, ਰਾਊਟਰਸ, ਗੇਟਵੇਜ਼ ਐਂਡ ਫਾਇਰਵਾਲਸ। ਸੋ ਜ਼ਿਆਦਾ ਏਰੀਆ ਹੋਣ ਕਰਕੇ ਜ਼ਿਆਦਾ ਤੁਸੀਂ ਕਹਿ ਲਓ ਜੋਗਰਾਫਿਕਲ ਏਰੀਆ ਇਨਕਰੀਜ਼ ਹੋਣ ਕਰਕੇ ਅਸੀਂ ਇਹਦੇ ਵਿੱਚ ਫਾਇਰਵਾਲਸ ਵੀ ਕੀ ਕਰਦੇ ਹਾਂ ਇਨਕਲੂਡ ਕਰਦੇ ਹਾਂ। ਫਾਇਰਵਾਲ ਇੱਕ ਤਰ੍ਹਾਂ ਦੀ ਸਿਕਿਉਰਿਟੀ ਵਾਲ ਹੈ ਸਾਡੇ ਤੁਸੀਂ ਕਹਿ ਲਓ ਨੈਟਵਰਕ ਦੇ ਵਿੱਚ, ਜਿਹੜਾ ਸਾਡੇ ਡੇਟਾ ਨੂੰ ਚੋਰੀ ਹੋਣ ਤੋਂ ਬਚਾਉਂਦਾ, ਜਿਹੜੇ ਸਾਡੇ ਡੇਟਾ ਨੂੰ ਅਨਆਥੋਰਾਈਜ਼ਡ ਅਸੈਸ ਤੋਂ, ਅਨਆਥੋਰਾਈਜ਼ਡ ਪਰਸਨਸ ਤੋਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਹੈਕਰ ਤੋਂ ਕੀ ਕਰਦਾ ਵਾ ਸੇਫ ਕਰਦਾ ਵਾ। ਸੋ ਇਹਦੇ ਵਿੱਚ ਜ਼ਿਆਦਾ ਲਾਰਜ ਜੋਗਰਾਫਿਕਲ ਏਰੀਆ ਹੋਣ ਕਰਕੇ ਸੋ ਡੇਟਾ ਦੇ ਵਿੱਚ ਹਾਈ ਬੈਂਡਵਿਡਥ ਹੋ ਜਾਂਦੀ। ਡੇਟਾ ਜਿਹੜੀ ਹੈ ਜ਼ਿਆਦਾ ਫਾਸਟ ਸਪੀਡ 'ਤੇ ਕੀ ਹੁੰਦੀ ਹੈ ਟਰਾਂਸਫਰ। ਬੈਂਡਵਿਡਥ ਹੋ ਗਿਆ ਕਿ ਕਿੰਨਾ ਕੁ ਡੇਟਾ ਅਸੀਂ ਟਰਾਂਸਫਰ ਕਰ ਸਕਦੇ ਹਾਂ। ਸੋ ਇਹਦੇ ਵਿੱਚ ਜਿਹੜੀ ਸਾਡੀ ਬੈਂਡਵਿਡਥ ਵੀ ਕੀ ਹੋ ਜਾਂਦੀ ਹੈ ਹਾਈ ਹੋ ਜਾਂਦੀ ਹੈ। ਸੋ ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਕਿੰਨਾ ਕੁ ਏਰੀਆ ਕਵਰ ਕਰ ਲੈਂਦੇ ਹਾਂ, ਅਸੀਂ ਇਹਦੇ ਵਿੱਚ 1000 ਕਿਲੋਮੀਟਰ ਜਾਂ ਉਸ ਤੋਂ ਵੀ ਜ਼ਿਆਦਾ ਏਰੀਆ ਕੀ ਕਰਦੇ ਹਾਂ ਕਵਰ ਕਰਦੇ ਹਾਂ। ਸੋ ਕਮਿਊਨੀਕੇਸ਼ਨ ਪਰਪਸ ਲਈ ਅਸੀਂ ਕੀ ਯੂਜ਼ ਕਰਦੇ ਹਾਂ ਲੀਜ਼ਡ ਲਾਈਨਸ। ਸੋ ਇਨ ਸ਼ੋਰਟ ਮੈਂ ਕਹਿ ਸਕਦੀ ਹਾਂ ਵਾਈਡ ਏਰੀਆ ਨੈਟਵਰਕ ਜਿਹੜਾ ਹੈਗਾ ਵਾ ਉਹ ਬਹੁਤ ਜ਼ਿਆਦਾ ਏਰੀਆ ਕਵਰ ਕਰਦਾ, ਉਹਦੇ ਵਿੱਚ ਬਹੁਤ ਸਾਰੀਆਂ ਮੈਨਸ ਅਤੇ ਲੈਂਡਸ ਆ ਜਾਂਦੀਆਂ ਵਾ। ਸੋ ਇਹਦੇ ਵਿੱਚ ਜਿਹੜੀ ਸਪੀਡ ਆ ਉਹ ਵੀ ਇਨਕਰੀਜ਼ ਹੋ ਜਾਂਦੀ ਹੈ, ਬੈਂਡਵਿਡਥ ਵੀ ਇਨਕਰੀਜ਼ ਹੋ ਜਾਂਦੀ ਹੈ। ਸੋ ਸਭ ਤੋਂ ਵਧੀਆ ਐਗਜ਼ਾਮਪਲ ਜਿਹੜੀ ਸਾਡੀ ਅੱਜ ਕੱਲ੍ਹ ਚੱਲ ਰਹੀ ਹੈ ਤੁਸੀਂ ਕਹਿ ਲਓ ਵੈਨ ਦੀ, ਡੈਟ ਇਜ਼ ਇੰਟਰਨੈਟ। ਐਗਜ਼ਾਮਪਲ ਫॉर ਵੈਨ ਇਜ਼ ਇੰਟਰਨੈਟ। ਸੋ ਇਸ ਤੋਂ ਬਾਅਦ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕੁਛ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਆਫ ਯੂਅਰ ਵੈਨ। ਸਭ ਤੋਂ ਪਹਿਲੇ ਜਿਵੇਂ ਸਾਨੂੰ ਪਤਾ ਇਹਦੇ ਵਿੱਚ ਲਾਰਜ ਜੋਗਰਾਫਿਕਲ ਏਰੀਆ ਕੀ ਹੁੰਦਾ ਵਾ ਕਵਰ ਹੁੰਦਾ। ਸੋ ਫਸਟ ਪੁਆਇੰਟ ਇਜ਼ ਕਲੀਅਰ, ਇਹਦੇ ਵਿੱਚ ਲਾਰਜ ਕਮਿਊਨੀਕੇਸ਼ਨ ਏਰੀਆ ਜਿਹੜਾ ਹੈਗਾ ਵਾ ਕੀ ਹੁੰਦਾ ਵਾ ਕਵਰ ਹੁੰਦਾ। ਸੈਕਿੰਡ ਪੁਆਇੰਟ ਸੈਂਟਰਲਾਈਜ਼ਡ ਡਾਟਾ, ਇਹਦੇ ਵਿੱਚ ਕਿਹੜਾ ਮਾਡਲ ਚੱਲਦਾ, ਡੇਟਾ ਸਾਡਾ ਸੈਂਟਰ 'ਤੇ ਸਟੋਰ ਹੁੰਦਾ ਅਤੇ ਸਾਰੇ ਯੂਜ਼ਰਸ ਉਸ ਜਗ੍ਹਾ ਤੋਂ ਡੇਟਾ ਨੂੰ ਕੀ ਕਰ ਸਕਦੇ ਆ ਅਸੈਸ ਕਰ ਸਕਦੇ ਆ, ਉਸ ਜਗ੍ਹਾ 'ਤੇ ਆਪਣੀ ਇਨਫੋਰਮੇਸ਼ਨ ਸਟੋਰ ਕਰ ਸਕਦੇ ਆ ਅਤੇ ਆਪਣੇ ਰਿਸੋਰਸਿਸ ਕੀ ਕਰ ਸਕਦੇ ਆ ਸ਼ੇਅਰ ਕਰ ਸਕਦੇ ਆ ਸੈਂਟਰਲਾਈਜ਼ ਜਗ੍ਹਾ ਤੋਂ। ਹੋਰ ਕੀ ਹੋ ਗਿਆ, ਇਹਦੇ ਵਿੱਚ ਸਾਡੀ ਬੈਂਡਵਿਡਥ ਹੁਣੇ ਡਿਸਕਸ ਕੀਤਾ ਇਨਕਰੀਜ਼ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਰਿਸੋਰਸ ਸ਼ੇਅਰਿੰਗ ਵੀ ਕੀ ਕਰ ਰਹੇ ਹਾਂ ਜ਼ਿਆਦਾ ਕਰ ਰਹੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਡਿਸਐਡਵਾਂਟੇਜਿਸ। ਉਹੀ ਗੱਲ ਕਿ ਜ਼ਿਆਦਾ ਵੱਡਾ ਨੈਟਵਰਕ ਹੋਣ ਕਰਕੇ ਇਹਦੀ ਮੇਨਟੇਨੈਂਸ ਕੋਸਟ ਪਲੱਸ ਇਹਨੂੰ ਫੋਰਮ ਕਰਨਾ ਕੀ ਹੋ ਜਾਂਦਾ ਵਾ, ਫੋਰਮ ਕਰਨਾ ਜਾਂ ਬਣਾਉਣਾ ਕੀ ਹੋ ਜਾਂਦਾ ਵਾ ਥੋੜ੍ਹਾ
ਕਾਸਟਲੀ ਹੋ ਜਾਂਦਾ ਵਾ। ਸੈਕਿੰਡ ਵਨ ਇਜ਼ ਲਾਰਜ ਸਾਈਜ਼ ਬਿਕਮ ਪ੍ਰੋਬਲਮ ਟੂ ਫਾਈਂਡ ਐਰਰ। ਸੋ ਜਿੰਨਾ ਜ਼ਿਆਦਾ ਏਰੀਆ ਹੋਏਗਾ ਉਹਨਾਂ ਇੰਨੇ ਵੱਡੇ ਉਹਨਾਂ ਹੀ ਤੁਸੀਂ ਐਰਰ ਨੂੰ ਫਾਈਂਡ ਕਰਨ 'ਚ ਤੁਹਾਨੂੰ ਕੀ ਹੋਏਗੀ, ਮੁਸ਼ਕਿਲ ਹੋਏਗੀ। ਕਿੱਥੇ ਫਾਲਟ ਆਇਆ, ਕਿੱਥੇ ਕੋਈ ਬ੍ਰੇਕੇਜ ਆਈ ਆ ਜਾਂ ਕਿੱਥੇ ਕੋਈ ਸਰਵਰ ਡਾਊਨ ਹੋਇਆ, ਉਹ ਫਾਈਂਡ ਕਰਨਾ ਬਹੁਤ ਕੀ ਹੋ ਜਾਏਗਾ, ਮੁਸ਼ਕਿਲ ਹੋ ਜਾਏਗਾ। ਬਿਕੋਜ਼ ਲਾਰਜ ਸਾਈਜ਼ ਬਿਕਮ ਦ ਪ੍ਰੋਬਲਮ ਟੂ ਫਾਈਂਡ ਐਰਰ। ਜੋਗ੍ਰਾਫਿਕਲ ਏਰੀਆ ਸਾਡੇ ਕੋਲ ਜ਼ਿਆਦਾ ਹੋ ਗਿਆ, ਰੇਂਜ ਜਿਹੜੀ ਇਸ ਨੈਟਵਰਕ ਦੀ ਹੈ ਜ਼ਿਆਦਾ ਹੋ ਗਈ ਹੈ, ਇਸ ਕਰਕੇ ਕੋਈ ਵੀ ਫਾਲਟ ਲੱਭਣਾ ਇਹਦੇ ਵਿੱਚ ਕੀ ਹੋ ਜਾਂਦਾ ਵਾ, ਮੁਸ਼ਕਿਲ ਹੋ ਜਾਂਦਾ ਵਾ। ਰਿਕੁਆਇਰ ਮੋਰ ਫਾਇਰਵਾਲਸ ਐਂਡ ਐਂਟੀਵਾਇਰਸਿਸ। ਜ਼ਿਆਦਾ ਵੱਡਾ ਨੈਟਵਰਕ ਹੋਣ ਕਰਕੇ ਉਹਦੀ ਸਿਕਿਉਰਿਟੀ ਦੀ ਵੀ ਰਿਸਪੋਂਸੀਬਿਲਿਟੀ ਕੀ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਸਿਕਿਉਰਿਟੀ ਨੂੰ ਕਵਰ ਕਰਨ ਲਈ, ਸਿਕਿਉਰਿਟੀ ਬਣਾਈ ਰੱਖਣ ਲਈ ਸਾਨੂੰ ਇਹਦੇ ਵਿੱਚ ਕੀ ਚਾਹੀਦੇ ਨੇ, ਫਾਇਰਵਾਲਸ ਐਂਡ ਐਂਟੀਵਾਇਰਸ। ਇਹ ਵੀ ਚੀਜ਼ਾਂ ਕੀ ਹੋ ਜਾਂਦੀਆਂ ਵਾ, ਥੋੜ੍ਹੀਆਂ ਕਾਸਟਲੀ ਹੋ ਜਾਂਦੀਆਂ। ਇਨ ਸ਼ਾਰਟ ਕਹਿ ਸਕਦੇ ਹਾਂ ਕਿ ਇਹਨੂੰ ਮੇਨਟੇਨ ਕਰਨਾ ਸਾਡੇ ਲਈ ਕੀ ਹੋ ਜਾਂਦਾ ਵਾ, ਕਾਸਟਲੀ ਹੋ ਜਾਂਦਾ। ਸੋ ਥੈਂਕ ਯੂ।